परम सत्कारयोग साध संगत जी, रसना पवित्र करिए ते आखिए धन श्री सतगुरु जगजीत सिंह जी। धन श्री सतगुरु उदय सिंह जी। साध संगत जी, आज दी साखी का सिरलेख है सभी सांझी वाल सदायन तू किसी न दिसै बाहर आ जियो। सतगुरु जगजीत सिंह जी सारिया कौमां सारे मजहबां दे सांझे हन। ਉਹ ਕੁੱਲ ਬ੍ਰਹਿਮੰਡ ਦੇ ਮਾਲਕ ਹਨ। ਇੱਕ ਕਪੂਰ ਸਿੰਘ ਨਾਂ ਦੇ ਆਦਮੀ ਨੇ ਸਾਗੂ ਪ੍ਰਤਾਪ ਸਿੰਘ ਜੀ ਦੇ ਵੇਲੇ ਦਾ ਭਜਨ ਲਿਆ ਹੋਇਆ ਸੀ, ਪਰ ਕੱਪੜੇ ਉਹ ਖੁੱਲ੍ਹੇ ਹੀ ਰੱਖਦਾ ਸੀ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਉਸ ਦਾ ਪੁੱਤਰ, ਜਿਸ ਦਾ ਨਾਂ ਅਮਰ ਸਿੰਘ ਹੈ, ਉਸ ਦੀ ਸ਼ਾਦੀ ਹੋਈ ਨੂੰ 10 ਸਾਲ ਹੋ ਗਏ ਸਨ, ਪਰ ਕੋਈ ਬੱਚਾ ਨਹੀਂ ਸੀ ਹੋਇਆ। ਕਪੂਰ ਸਿੰਘ ਇੱਕ ਪਿੰਡ ਲਾਸੜਾ ਹੈ, ਉੱਥੇ ਕਿਸੇ ਰਿਸ਼ਤੇਦਾਰੀ ਵਿੱਚ ਗਿਆ ਸੀ। ਉਸਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਨਹੀਂ ਸਨ ਕੀਤੇ ਹੋਏ, ਪਰ ਸਤਿਗੁਰੂ ਜੀ ਦੀ ਕਿਰਪਾ ਦਾ ਅੰਤ ਨਹੀਂ। ਉਹਨਾਂ ਨੇ ਉੱਥੇ ਕਪੂਰ ਸਿੰਘ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ਹੁਕਮ ਕੀਤਾ ਕਿ ਤੂੰ ਗੁਰਦੁਆਰੇ ਦੀ ਸੇਵਾ ਕਰ, ਤੇਰਾ ਕਾਰਜ ਪੂਰਾ ਹੋਵੇਗਾ। ਅਤੇ ਭੈਣੀ ਸਾਹਿਬਾ, ਇਸ ਹੁਕਮ ਤੋਂ ਬਾਅਦ ਉਹ ਭੈਣੀ ਸਾਹਿਬ ਗਿਆ, ਪਰ ਮੇਲੇ ਦਾ ਭੋਗ ਪੈ ਚੁੱਕਾ ਸੀ, ਪਰ ਸਤਿਗੁਰੂ ਜੀ ਸ਼੍ਰੀ ਭੈਣੀ ਸਾਹਿਬ ਹੀ ਸਨ। ਜਦੋਂ ਉਸਨੇ ਜਾ ਕੇ ਮੱਥਾ ਟੇਕਿਆ ਤਾਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਸੁਣਾ ਸਿੰਘਾ, ਆ ਗਿਆ ਹੈ, ਤੇਰਾ ਕੰਮ ਠੀਕ ਹੋ ਜਾਵੇਗਾ। ਉਹ ਦੱਸਦਾ ਹੈ ਕਿ ਜਦੋਂ ਸਤਿਗੁਰੂ ਜੀ ਨੇ ਮੇਰੇ ਵੱਲ ਵੇਖਿਆ ਤਾਂ ਸਤਿਗੁਰੂ ਜੀ ਦੇ ਨੇਤਰਾਂ ਵਿੱਚੋਂ ਲਾਈਟ ਦੀਆਂ ਕਿਰਨਾਂ ਪਈਆਂ, ਜਿਸ ਨਾਲ ਮੇਰਾ ਦਿਲ ਖਿੱਚਿਆ ਹੀ ਗਿਆ। ਸਾਲ ਦੇ ਅੰਦਰ ਉਹਦੇ ਘਰ ਪੋਤਰਾ ਹੋਇਆ। ਫਿਰ ਉਹ ਆਪਣੀ ਨੂੰਹ, ਪੁੱਤਰ ਅਤੇ ਹੋਰ 2 ਜਣਿਆਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਇਆ, ਪਰ ਸਤਿਗੁਰੂ ਜੀ ਸਰੀਰ ਕਰਕੇ ਕੁਝ ਢਿੱਲੇ ਸਨ। ਉਹਨਾਂ ਨੇ ਸੰਤ ਬਲਕਾਰ ਸਿੰਘ ਸਰਪੰਚ ਨੂੰ ਕਿਹਾ ਕਿ ਅਸੀਂ ਦਰਸ਼ਨ ਕਰਨਾ ਹੈ, ਨਾਲੇ ਸਾਗੂ ਪ੍ਰਤਾਪ ਸਿੰਘ ਜੀ ਦੇ ਅੰਗੀਠੇ ਵਾਲੀ ਜਗ੍ਹਾ ਮੱਥਾ ਟੇਕਣਾ ਹੈ, ਪਰ ਸੰਤ ਬਲਕਾਰ ਸਿੰਘ ਜੀ ਨੇ ਅੱਗੇ ਨਾ ਜਾਣ ਦਿੱਤਾ। ਉਹਨਾਂ ਦੇ ਨਾਲ ਗਏ ਸੰਤ ਜਗੀਰ ਸਿੰਘ ਜੀ ਨੇ ਵੀ ਆਖਿਆ ਕਿ ਇਹ ਸ਼ਰਧਾ ਕਰਕੇ ਆਏ ਹਨ, ਦਰਸ਼ਨ ਕਰ ਲੈਣ ਦਿਓ, ਪਰ ਸੰਤ ਬਲਕਾਰ ਸਿੰਘ ਜੀ ਨੇ ਕਿਹਾ ਕਿ ਸਤਿਗੁਰੂ ਜੀ ਬਚਨ ਨਹੀਂ ਕਰ ਸਕਦੇ, ਹਿੱਲ ਵੀ ਨਹੀਂ ਸਕਦੇ, ਸਰੀਰ ਬੜਾ ਕਮਜ਼ੋਰ ਹੈ। ਪਰ ਇੰਨੇ ਨੂੰ ਘਟ ਦੀ ਜਾਣਨਹਾਰ ਸਤਿਗੁਰੂ ਜੀ ਉਹਨਾਂ ਦੇ ਕੋਲ ਹੀ ਆ ਕੇ ਖੜੇ ਹੋ ਗਏ। ਸਾਰਿਆਂ ਨੇ ਮੱਥਾ ਟੇਕਿਆ। ਕਪੂਰ ਸਿੰਘ ਨੇ ਅਰਜ਼ ਕੀਤੀ ਕਿ ਤੁਸੀਂ ਸੁਪਨੇ ਵਿੱਚ ਦਰਸ਼ਨ ਦੇ ਕੇ ਹੁਕਮ ਕੀਤਾ ਸੀ, ਇਹ ਬੱਚਾ ਤੁਹਾਡੀ ਕਿਰਪਾ ਨਾਲ ਹੀ ਹੋਇਆ ਹੈ ਜੀ। ਸਤਿਗੁਰੂ ਜੀ ਬੜੇ ਹੀ ਖੁਸ਼ ਹੋਏ। ਉਹਨਾਂ ਨੇ ਹੁਕਮ ਕੀਤਾ ਕਿ ਮਾਂ ਅਤੇ ਬੱਚੇ ਨੂੰ ਭਜਨ ਦਵਾ ਦਿਓ। ਸਾਰਿਆਂ ਨੇ ਭਜਨ ਪੁੱਛਿਆ। ਥੋੜ੍ਹੀ ਦੇਰ ਬਾਅਦ ਨਿਤਨੇਮ ਅਤੇ ਫਿਰ ਕੀਰਤਨ ਸ਼ੁਰੂ ਹੋਇਆ। ਸਤਿਗੁਰੂ ਜੀ ਆਪ ਸਾਜ਼ ਫੜ ਕੇ 2 ਘੰਟੇ ਕੀਰਤਨ ਕਰਦੇ ਰਹੇ। ਜੰਗੀਰ ਸਿੰਘ ਜੀ ਨੇ ਸੰਤ ਬਲਕਾਰ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਤੇ ਕਹਿੰਦੇ ਸੀ ਸਤਿਗੁਰੂ ਜੀ ਹਿੱਲ ਵੀ ਨਹੀਂ ਸਕਦੇ, ਬੋਲ ਨਹੀਂ ਸਕਦੇ, ਹਾਲਤ ਬਹੁਤ ਕਮਜ਼ੋਰ ਹੈ, ਹੁਣ ਦੱਸੋ। ਬਲਕਾਰ ਸਿੰਘ ਜੀ ਕਹਿਣ ਲੱਗੇ ਕਿ ਇਹਨਾਂ ਦਾ ਕੋਈ ਭੇਤ ਨਹੀਂ ਲੱਗਦਾ। ਧੰਨ ਧੰਨ ਹਨ ਗਰੀਬ ਨਿਵਾਜ, ਕਿਰਪਾ ਨਿਧਾਨ, ਘਟ ਵਾਸੀ, ਜਲ ਥਲ ਮਈਲ ਵਿੱਚ ਪੂਰਨ, ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ। ਦਿੱਲੀ ਰਹਿਣ ਵਾਲੇ ਸਵਰਨਜੀਤ ਕੌਰ ਸੁਪਤਨੀ ਸਰਦਾਰ ਮਨਜੀਤ ਸਿੰਘ ਜੀ ਨਵੰਬਰ 2010 ਸਨ ਦੀ ਇੱਕ ਵਾਰਤਾ ਇਸ ਤਰ੍ਹਾਂ ਦੱਸਦੇ ਹਨ ਕਿ ਉਹ 3 ਨਵੰਬਰ ਨੂੰ ਰਾਤੀ ਸੁੱਤੇ ਹੋਏ ਸਨ ਕਿ ਅੱਧੀ ਰਾਤੀ ਜਾਗ ਖੁੱਲ੍ਹ ਗਈ। ਉਹਨਾਂ ਦੀ ਕਮਰ ਤੋਂ ਲੈ ਕੇ ਪੂਰੀ ਲੱਤ ਦਰਦ ਕਰ ਰਹੀ ਸੀ, ਪੂਰੀ ਲੱਤ ਸੁੰਨ ਹੋ ਗਈ ਹੋਈ ਸੀ। ਦਿਨ ਚੜ੍ਹੇ ਉਹਨਾਂ ਦੀ ਬੇਟੀ ਅਤੇ ਮਨਜੀਤ ਸਿੰਘ ਜੀ ਕਿਸੇ ਕੰਮ ਕਰਕੇ ਬਾਹਰ ਚਲੇ ਗਏ। ਦੂਸਰੀ ਬੇਟੀ ਅਤੇ ਸਵਰਨਜੀਤ ਕੌਰ ਘਰ ਹੀ ਸਨ। ਬੀਬੀ ਜੀ ਨੂੰ ਦਰਦ ਇੰਨੀ ਜ਼ਿਆਦਾ ਸੀ ਕਿ ਪਲੰਗ ਤੋਂ ਥੱਲੇ ਨਹੀਂ ਉਤਰਿਆ ਗਿਆ। ਇੰਨੀ ਦੇਰ ਨੂੰ ਉਹਨਾਂ ਨੂੰ ਪਿਸ਼ਾਬ ਕਰਨ ਦੀ ਬੜੇ ਜ਼ੋਰ ਦੀ ਹਾਜਤ ਹੋਈ। ਇਸ ਤਰ੍ਹਾਂ ਲੱਗਦਾ ਸੀ ਕਿ ਪਿਸ਼ਾਬ ਵਿੱਚ ਹੀ ਨਾ ਨਿਕਲ ਜਾਵੇ। ਉਹਨਾਂ ਨੇ ਅੱਖਾਂ ਮੀਟ ਕੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਉੱਤੇ ਹੀ ਪਿਸ਼ਾਬ ਨਾ ਕਰਨਾ ਪਵੇ। ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਕਿ ਉਹਨਾਂ ਦੇ ਸਰੀਰ ਵਿੱਚ ਪਤਾ ਨਹੀਂ ਕਿੱਥੋਂ ਤਾਕਤ ਆ ਗਈ ਅਤੇ ਉਹ ਉੱਠ ਕੇ ਪਿਸ਼ਾਬ ਕਰਨ ਚਲੇ ਗਏ। ਜਦੋਂ ਆ ਕੇ ਲੇਟੇ ਤਾਂ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਲੱਤ ਹਿੱਲਣੋਂ ਬੰਦ ਹੋ ਗਈ। ਜਦੋਂ ਮਨਜੀਤ ਸਿੰਘ ਜੀ ਘਰ ਆਏ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਬੀਬੀ ਜੀ ਪੌੜੀਆਂ ਉਤਰਨ ਜੋਗੇ ਹੋ ਗਏ। ਉਹਨਾਂ ਨੂੰ ਗੱਡੀ ਵਿੱਚ ਬਿਠਾ ਕੇ ਡਾਕਟਰ ਕੋਲ ਲੈ ਕੇ ਗਏ।
ਡਾਕਟਰ ਨੇ ਟੀਕਾ ਲਗਾਇਆ ਅਤੇ ਦਵਾਈ ਦਿੱਤੀ, ਪਰ ਕੋਈ ਵੀ ਫਰਕ ਨਾ ਪਿਆ। ਦਿੱਲੀ ਵਿੱਚ ਇੱਕ ਸੰਤ ਮਾਲਿਸ਼ ਕਰਨ ਵਾਲੇ ਸਨ। ਉਹਨਾਂ ਕੋਲੋਂ ਮਾਲਿਸ਼ ਕਰਵਾਈ, ਪਰ ਕੋਈ ਫਰਕ ਹੀ ਨਾ ਪਿਆ। ਮਾਨਸਰੋਵਰ ਗਾਰਡਨ ਹੱਡੀਆਂ ਵਾਲੇ ਡਾਕਟਰ ਕੋਲ ਗਏ। ਉਹਦਾ ਇਲਾਜ ਕਰਾਇਆ। ਉਸਨੇ ਦੱਸਿਆ ਕਿ ਆਪਰੇਸ਼ਨ ਕਰਨਾ ਪਵੇਗਾ, 1 ਲੱਖ ਰੁਪਇਆ ਖਰਚ ਆਵੇਗਾ। ਆਪਰੇਸ਼ਨ ਤੋਂ ਡਰ ਕੇ ਉਹਨਾਂ ਨੇ ਭੈਣੀ ਸਾਹਿਬ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਡਾਕਟਰ ਨੇ ਸਾਇਟਿਕਾ ਦੀ ਦਰਦ ਦੱਸੀ ਹੈ, ਇੱਕ ਨਸ ਦੱਬ ਗਈ ਹੈ। ਉਸਨੇ ਆਪਰੇਸ਼ਨ ਕਰਾਉਣ ਲਈ ਕਿਹਾ ਹੈ। ਆਪ ਜੀ ਕਿਰਪਾ ਕਰੋ, ਆਪਰੇਸ਼ਨ ਨਾ ਕਰਾਉਣਾ ਪਵੇ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਆਪਰੇਸ਼ਨ ਨਹੀਂ ਕਰਾਉਣਾ। ਫਿਰ ਉਹਨਾਂ ਨੇ ਸਿਟੀ ਹਸਪਤਾਲ ਦੇ ਵੱਡੇ ਡਾਕਟਰ ਜਗਜੀਤ ਸਿੰਘ ਗੰਭੀਰ ਨੂੰ ਰਿਪੋਰਟਾਂ ਦਿਖਾਈਆਂ। ਉਸਨੇ ਕਿਹਾ, ਕੰਮ ਤੇ ਆਪਰੇਸ਼ਨ ਵਾਲਾ ਹੀ ਹੈ, ਤੁਸੀਂ ਕੱਲ੍ਹ ਮਰੀਜ਼ ਨੂੰ ਲੈ ਕੇ ਆਓ। ਦੂਸਰੇ ਦਿਨ ਉਸੇ ਹਸਪਤਾਲ ਦੇ ਹੱਡੀਆਂ ਵਾਲੇ ਡਾਕਟਰ ਨੂੰ ਵਿਖਾਇਆ। ਸਤਿਗੁਰੂ ਜੀ ਨੇ ਪਤਾ ਨਹੀਂ ਕੀ ਕਿਰਪਾ ਕੀਤੀ ਕਿ ਉਸਨੇ ਰਿਪੋਰਟਾਂ ਵੇਖ ਕੇ ਹੀ ਆਪਰੇਸ਼ਨ ਦਾ ਨਾਂ ਹੀ ਨਹੀਂ ਲਿਆ। ਉਸਦੇ ਇਲਾਜ ਨਾਲ ਮਹੀਨੇ ਕੁ ਵਿੱਚ ਹੀ ਬਿਲਕੁਲ ਠੀਕ ਵੀ ਹੋ ਗਏ। ਇਹ ਸਾਰੀ ਕਿਰਪਾ ਉਸ ਦੀਨ ਦਿਆਲ, ਦੁੱਖ ਹਰਤਾ, ਇਹ ਬਿਧ ਗੋਸਵਾਮੀ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਹੈ। 13 ਦਸੰਬਰ ਨੂੰ ਜਦੋਂ ਇਹ ਵਾਰਤਾ ਦੱਸ ਰਹੇ ਸਨ, ਉਹ ਸਤਿਗੁਰੂ ਜੀ ਦਾ ਧੰਨਵਾਦ ਕਰਨ ਲਈ ਭੈਣੀ ਸਾਹਿਬ ਆਏ ਹੋਏ ਸਨ। ਧੰਨ ਧੰਨ ਹਨ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਇੱਕ ਸਾਖੀ ਹੋਰ ਹੈ। ਪਿੰਡ ਫਤਿਹਪੁਰ, ਜ਼ਿਲ੍ਹਾ ਛੋਪਰ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸਨ ਪਿਆਰਾ ਸਿੰਘ ਜੀ ਸੰਨ 1993 ਦੇ ਲਗਭਗ ਦੀ ਵਾਰਤਾ ਦੱਸਦੇ ਹਨ ਕਿ ਉਹਨਾਂ ਦੇ ਪੁੱਤਰ ਹਰਦੀਪ ਸਿੰਘ ਦੀ ਘਰਵਾਲੀ ਕਰਮ ਕੌਰ ਨੂੰ ਦੌਰੇ ਪੈਂਦੇ ਸਨ। ਉਹ ਜ਼ਮੀਨ 'ਤੇ ਲੇਟ ਕੇ ਪਸਲੇਟੇ ਮਾਰਨ ਲੱਗ ਪੈਂਦੀ ਸੀ। ਉਹਨੂੰ ਦੰਦਲਾਂ ਵੀ ਪੈ ਜਾਂਦੀਆਂ ਸਨ। ਉਹਨੂੰ ਭੂਤਨੀਆਂ ਚੰਬੜੀਆਂ ਹੋਈਆਂ ਸਨ। ਘਰ ਵਾਲੇ ਉਹਨੂੰ ਕਈ ਇਲਾਜ ਕਰਨ ਵਾਲਿਆਂ ਕੋਲ ਲੈ ਕੇ ਗਏ, ਪਰ ਜਦੋਂ ਇਲਾਜ ਕਰਨ ਲੱਗਦੇ ਤਾਂ ਉਹ ਭੂਤਨੀਆਂ ਉਹਨੂੰ ਹੀ ਚੰਬੜ ਜਾਂਦੀਆਂ। ਪਿਆਰਾ ਸਿੰਘ ਜੀ ਦਾ ਵੱਡਾ ਪੁੱਤਰ ਗੁਰਬਾਣੀ ਦਾ ਪਾਠ ਕਰਕੇ ਉਹਨਾਂ ਨੂੰ ਛੁਡਾਉਂਦਾ, ਪਰ ਫਿਰ ਉਹ ਭੂਤਨੀਆਂ ਕਰਮ ਕੌਰ ਨੂੰ ਚੰਬੜ ਜਾਂਦੀਆਂ। ਕਿਸੇ ਤਰ੍ਹਾਂ ਨਾਲ ਕੁਝ ਫਰਕ ਨਹੀਂ ਸੀ ਪੈ ਰਿਹਾ। ਹਰ ਵੇਲੇ 2 ਜਣੇ ਉਹਦੇ ਪਹਿਰੇ 'ਤੇ ਹੀ ਰਹਿੰਦੇ। ਬੜੀ ਤਕਲੀਫ ਸੀ। ਘਰ ਦੇ ਸਾਰੇ ਜੀ ਬੈਠ ਕੇ ਨਿਤਨੇਮ ਕਰਦੇ ਅਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ਾਂ ਕਰਦੇ ਕਿ ਕਿਰਪਾ ਕਰੋ ਜੀ, ਇਹ ਬੀਬੀ ਠੀਕ ਹੋ ਜਾਵੇ। ਇੱਥੇ ਇੱਕ ਗੱਲ ਦੱਸਣ ਵਾਲੀ ਹੈ ਕਿ ਉਹ ਬੀਬੀ ਨਿਹੰਗਾਂ ਦੀ ਧੀ ਸੀ ਅਤੇ ਉਸਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੀ ਕੋਈ ਪਛਾਣ ਵੀ ਨਹੀਂ ਸੀ। ਇਸੇ ਤਰ੍ਹਾਂ ਦੁੱਖ ਸਹਿੰਦਿਆਂ 2.5 ਸਾਲ ਲੰਘ ਗਏ। ਅਖੀਰ ਉਹਨਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਉਸ ਦੀਨ ਦੁਨੀ ਦੇ ਵਾਲੀ, ਕਿਰਪਾ ਦੇ ਸਾਗਰ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰ 'ਤੇ ਜਾ ਕੇ ਅਰਜ਼ ਕਰੀਏ। ਸੋ ਉਹ ਬੀਬੀ ਨੂੰ ਲੈ ਕੇ ਸ਼੍ਰੀ ਭੈਣੀ ਸਾਹਿਬ ਪਹੁੰਚ ਗਏ। ਉਹਨਾਂ ਨੇ ਪਵਿੱਤਰ ਚਰਨਾਂ ਵਿੱਚ ਅਰਜ਼ ਕੀਤੀ ਕਿ ਕਿਰਪਾ ਨਿਧਾਨ ਬਖਸ਼ਿਸ਼ ਕਰੋ, ਇਸ ਬੀਬੀ ਦਾ ਕਸ਼ਟ ਦੂਰ ਹੋਵੇ। ਹੁਕਮ ਹੋਇਆ ਕਿ ਇਹਨੂੰ ਲਿਜਾ ਕੇ ਹਸਪਤਾਲ ਵਿਖਾਓ। ਉਹ ਬੀਬੀ ਨੂੰ ਲੈ ਕੇ ਹਸਪਤਾਲ ਗਏ। ਇਲਾਜ ਹੁੰਦਾ ਰਿਹਾ, ਪਰ ਫਰਕ ਨਾ ਪਿਆ। ਫਿਰ ਉਹ ਵਾਪਸ ਘਰ ਚਲੇ ਗਏ। ਘਰ ਪਹੁੰਚ ਕੇ ਫਿਰ ਉਸੇ ਤਰ੍ਹਾਂ ਹੀ ਦੌਰੇ ਪੈਂਦੇ ਰਹੇ। ਕੋਈ 6 ਕੁ ਮਹੀਨਿਆਂ ਬਾਅਦ ਉਸਨੂੰ ਦੌਰਾ ਪਿਆ। ਉਹ ਚੀਕਾਂ ਮਾਰਦੀ ਕਮਰੇ ਵਿੱਚ ਵੜ ਗਈ। ਉਸਨੂੰ ਸਤਿਗੁਰੂ ਜੀ ਨੇ ਪ੍ਰਤੱਖ ਦਰਸ਼ਨ ਦੇ ਕੇ ਹੁਕਮ ਕੀਤਾ ਕਿ ਤੂੰ ਭੈਣੀ ਸਾਹਿਬ ਆ ਜਾ। ਭੈਣੀ ਸਾਹਿਬ ਆ ਕੇ ਸਰੋਵਰ ਦਾ ਇਸ਼ਨਾਨ ਕਰ, ਨਾਲੇ ਗੋਹੇ ਕੂੜੇ ਦੀ ਸੇਵਾ ਕਰ। ਇੰਨਾ ਬਚਨ ਕਰਕੇ ਉਹ ਅਲੋਪ ਹੋ ਗਏ ਅਤੇ ਬੀਬੀ ਜੀ ਦਾ ਸਾਰਾ ਦੁੱਖ ਦੂਰ ਕਰ ਗਏ। ਉਹ ਜਿਹੜੀ ਰੋਂਦੀ ਅੰਦਰ ਵੜੀ ਸੀ, ਉਹ ਹੱਸਦੀ ਬਾਹਰ ਆ ਗਈ। ਉਸਨੇ ਬਾਹਰ ਆ ਕੇ ਦੱਸਿਆ ਕਿ ਮੈਨੂੰ ਕਿਸੇ ਅਗੰਮੀ ਨੂਰ ਵਾਲੇ ਨੇ ਦਰਸ਼ਨ ਦੇ ਕੇ ਹੁਕਮ ਕੀਤਾ ਹੈ ਕਿ ਭੈਣੀ ਸਾਹਿਬ ਜਾ ਕੇ ਸਰੋਵਰ ਦਾ ਇਸ਼ਨਾਨ ਕਰ, ਨਾਲੇ ਗੋਹੇ ਕੂੜੇ ਦੀ ਸੇਵਾ ਕਰ। ਉਹਨੂੰ ਘਰ ਵਾਲਿਆਂ ਨੇ ਪੁੱਛਿਆ ਕਿ ਤੈਨੂੰ ਕਿਸ ਨੇ ਦਰਸ਼ਨ ਦਿੱਤੇ ਹਨ? ਉਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਫੋਟੋ ਵੇਖ ਕੇ ਕਹਿਣ ਲੱਗੀ ਕਿ ਮੈਨੂੰ ਇਹਨਾਂ ਨੇ ਹੀ ਦਰਸ਼ਨ ਦਿੱਤੇ ਹਨ। ਉਸ ਤੋਂ ਬਾਅਦ ਉਹ ਬਿਲਕੁਲ ਠੀਕ ਹੋ ਗਈ। ਧੰਨ ਧੰਨ ਹਨ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਸਾਡੀ ਉਹਨਾਂ ਦੇ ਚਰਨਾਂ 'ਤੇ ਕੋਟੀ ਨਮਸਕਾਰ ਹੈ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।